ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਅੱਜ ਆਪਾਂ ਪੰਜਾਬੀ ਦੀ ਪਾਠ ਪੁਸਤਕ ਦਾ ਪਹਿਲਾ ਹੀ ਪਾਠ ਜਿਹੜਾ ਆ ਪੰਜਾਬੀ ਲੋਕ ਸਾਹਿਤ ਉਹਦੇ ਬਾਰੇ ਪੜਾਂਗੇ। ਸਭ ਤੋਂ ਪਹਿਲਾਂ ਤੇ ਲੋਕ ਸਾਹਿਤ ਹੁੰਦਾ ਕੀ ਆ ਕਿ ਉਹ ਸਾਹਿਤ ਜਿਹੜਾ ਲੋਕਾਂ ਦੁਆਰਾ ਰਚਿਆ ਗਿਆ ਹੋਵੇ ਉਹਨੂੰ ਹੀ ਲੋਕ ਸਾਹਿਤ ਕਹਿੰਦੇ। ਲੋਕ ਦਾ ਮਤਲਬ ਇੱਥੇ ਜਨ ਸਮੂਹ ਆ, ਮਤਲਬ ਕਿ ਕੋਈ ਪਰਟੀਕੂਲਰ ਪਰਸਨ ਨਹੀਂ ਆ, ਬਲਕਿ ਜਿੰਨੇ ਵੀ ਉਸ ਸਮੂਹ ਦੇ ਵਿੱਚ ਆਉਂਦੇ ਲੋਕ ਆ ਉਹਨਾਂ ਵਿੱਚੋਂ ਕਿਸੇ ਵੀ ਦੁਆਰਾ ਜਿਹੜਾ ਰਚਿਆ ਗਿਆ ਸਾਹਿਤ ਆ ਉਹਨੂੰ ਅਸੀਂ ਲੋਕ ਸਾਹਿਤ ਕਹਿ ਸਕਦੇ ਹਾਂ। ਸਾਹਿਤ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਆ, ਸਾ ਪਲੱਸ ਹਿੱਤ। ਸਾ ਦਾ ਮਤਲਬ ਹੁੰਦਾ ਸਾਰਿਆਂ ਲਈ, ਹਿੱਤ ਦਾ ਮਤਲਬ ਹੁੰਦਾ ਭਲਾਈ ਜਾਂ ਕਲਿਆਣ। ਸੋ ਇਹੋ ਜਿਹੀ ਰਚਨਾ ਜਿਹੜੀ ਸਾਰੇ ਸਮਾਜ ਦੀ ਭਲਾਈ ਵਾਸਤੇ ਰਚੀ ਗਈ ਹੋਵੇ ਉਹਨੂੰ ਅਸੀਂ ਲੋਕ ਸਾਹਿਤ ਕਹਿ ਸਕਦੇ। ਸੋ ਇਹਦੀ ਡੈਫੀਨੇਸ਼ਨ ਕੀ ਬਣੀ ਕਿ ਇਹੋ ਜਿਹਾ ਸਾਹਿਤ ਜਿਹੜਾ ਲੋਕਾਂ ਦੁਆਰਾ ਰਚਿਆ ਗਿਆ ਹੋਵੇ, ਮਤਲਬ ਕਿ ਜਨ ਸਮੂਹ ਦੁਆਰਾ ਰਚਿਆ ਗਿਆ ਹੋਵੇ। ਤੇ ਜਨ ਸਮੂਹ ਹੁੰਦਾ ਜਿਹਦਾ ਨਾ ਤੇ ਕੋਈ ਨਾਂ ਹੋਵੇ, ਨਾ ਥਾਂ ਪਤਾ ਟਿਕਾਣਾ ਕੁਛ ਵੀ, ਮਤਲਬ ਅਥੈਂਟਿਕ ਪ੍ਰਵਾਨਿਤ ਨਾ ਹੋਵੇ। ਸੋ ਇਹੋ ਜਿਹੀ ਰਚਨਾ ਜੋ ਕਿਸੇ ਸਮੇਂ ਕਿਸੇ ਜਨ ਸਮੂਹ ਨੇ ਰਚੀ ਹੋਵੇ, ਪਰੰਤੂ ਰਚਨਹਾਰੇ ਦਾ ਨਾਮ ਪਤਾ ਨਾ ਪਤਾ ਹੋਵੇ ਸਾਨੂੰ, ਤੇ ਨਾ ਹੀ ਉਹ ਰਚਨਾ ਲਿਖਤ ਰੂਪ ਵਿੱਚ ਸਾਹਮਣੇ ਆਈ ਹੋਵੇ, ਬਲਕਿ ਇਹ ਰਚਨਾ ਫਿਰ ਸਾਡੇ ਤੱਕ ਕਿਵੇਂ ਪਹੁੰਚੀ ਹੋਵੇ, ਮੌਖਿਕ ਰੂਪ ਵਿੱਚ। ਮੌਖਿਕ ਦਾ ਮਤਲਬ ਹੁੰਦਾ ਮੂੰਹ ਰੂਪ ਦੇ ਵਿੱਚ, ਮਤਲਬ ਸੁਣੀ ਸੁਣਾਈ ਜਾਂ ਬੋਲਚਾਲ ਦੀ ਭਾਸ਼ਾ ਵਿੱਚ। ਸੋ ਇਹੋ ਜਿਹੀ ਰਚਨਾ ਜਿਹੜੀ ਮੌਖਿਕ ਰੂਪ ਵਿੱਚ ਚੱਲੀ ਆਉਂਦੀ ਹੋਵੇ, ਪੀੜ੍ਹੀ ਦਰ ਪੀੜ੍ਹੀ ਜਿਹੜੀ ਅੱਗੇ ਤੋਂ ਅੱਗੇ ਟਰਾਂਸਫਰ ਹੁੰਦੀ ਆ, ਤੇ ਇਸੇ ਤਰੀਕੇ ਦੇ ਨਾਲ ਇਹ ਜਿਹੜੀ ਸਾਡੇ ਤੱਕ ਪਹੁੰਚਦੀ ਹੈ। ਇਹੋ ਜਿਹੀ ਰਚਨਾ ਜਿਹੜੀ ਪਰੰਪਰਿਕ ਰੂਪ ਵਿੱਚ ਅੱਗੇ ਤੁਰਦੀ ਆ, ਮਤਲਬ ਟ੍ਰੈਡੀਸ਼ਨਲ ਰੂਪ ਦੇ ਵਿੱਚ ਸ਼ੁਰੂ ਹੋਈ, ਫਿਰ ਅੱਗੇ ਚੱਲੀ, ਅਗਲੀ ਪੀੜ੍ਹੀ ਨੇ ਦੂਸਰੀ ਪੀੜ੍ਹੀ ਨੂੰ ਦੱਸਿਆ, ਤੇ ਇਸੇ ਤਰ੍ਹਾਂ ਹੀ ਜਿਹੜਾ ਇਹ ਅੱਗੇ ਅੱਗੇ ਤੁਰਦੀ ਗਈ। ਇਸ ਦੀ ਭਾਸ਼ਾ ਜਿਹੜੀ ਉਹ ਲੋਕ ਮਨਾਂ ਦੇ ਨੇੜੇ ਹੁੰਦੀ ਆ, ਜੋ ਹਰੇਕ ਦੇ ਦਿਲ ਨੂੰ ਟੁੰਬਦੀ ਹੈ। ਇਹ ਲੋਕ ਸਾਹਿਤ ਦਾ ਇੱਕ ਗੁਣ ਆ ਕਿ ਇਹਦੀ ਭਾਸ਼ਾ ਜਿਹੜੀ ਉਹ ਲੋਕਾਂ ਦੇ ਮਨਾਂ ਦੇ ਵਧੇਰੇ ਨਜ਼ਦੀਕ ਮੰਨੀ ਜਾਂਦੀ ਹੈ। ਇਹ ਕਿ ਇਹਦੀ ਡੈਫੀਨੇਸ਼ਨ ਕਿ ਲੋਕ ਸਾਹਿਤ ਹੁੰਦਾ ਕੀ ਆ। ਉਸ ਤੋਂ ਬਾਅਦ ਹੈ ਕਿ ਲੋਕ ਸਾਹਿਤ ਵਿੱਚ ਕਿਹੜੇ ਗੁਣ ਹੁੰਦੇ। ਲੋਕ ਸਾਹਿਤ ਵਿੱਚ ਰਸ ਹੁੰਦਾ, ਲੈ, ਰਵਾਨੀ, ਜਜ਼ਬਾ ਤੇ ਭਾਵੁਕਤਾ ਹੁੰਦੀ। ਰਸ ਦਾ ਮਤਲਬ ਕਿ ਜਦੋਂ ਅਸੀਂ ਕੋਈ ਵੀ ਚੀਜ਼, ਮਤਲਬ ਲੋਕ ਸਾਹਿਤ ਦਾ ਕੋਈ ਵੀ ਰੂਪ ਲੈ ਲਓ, ਉਹਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਬੇਹੱਦ ਰਸ ਆਉਂਦਾ ਆ। ਲੈ ਦਾ ਮਤਲਬ ਹੁੰਦਾ ਹੈ ਕਿ ਇੱਕ ਰਿਦਮ ਚੱਲਦਾ ਆ, ਕੋਈ ਮਤਲਬ ਬੰਦਸ਼ ਨਹੀਂ ਹੁੰਦੀ ਇਹਦੇ ਵਿੱਚ ਛੰਦ ਵਗੈਰਾ ਦੀ, ਪਰ ਫਿਰ ਵੀ ਇਹ ਜਿਹੜਾ ਬੜਾ ਲੈਅਬੱਧ ਹੁੰਦਾ। ਰਵਾਨਗੀ ਇਹਦੇ ਵਿੱਚ ਭਰਪੂਰ ਹੁੰਦੀ ਆ, ਭਾਵ ਕਿ ਬੜੇ ਚੰਗੇ ਤਰੀਕੇ ਦੇ ਨਾਲ ਇਹ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ ਹੈ। ਤੇ ਜਜ਼ਬਾ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਹੁੰਦਾ। ਜਜ਼ਬਾ ਜਾਂ ਭਾਵੁਕਤਾ ਦਾ ਮਤਲਬ ਕਿ ਇਮੋਸ਼ਨਲ ਟੱਚ ਜਿਹੜਾ ਇਹਨੂੰ ਦਿੱਤਾ ਗਿਆ ਹੁੰਦਾ। ਇਸ ਲੋਕ ਸਾਹਿਤ ਦੀ ਭਾਸ਼ਾ ਸਰਲ ਹੁੰਦੀ ਆ, ਜਿਹੜੀ ਕਿ ਹਰੇਕ ਨੂੰ ਸੌਖੇ ਤਰੀਕੇ ਦੇ ਨਾਲ ਸਮਝ ਆ ਜਾਂਦੀ ਆ। ਠੇਠ ਹੁੰਦੀ ਆ, ਭਾਵ ਕਿ ਪੇਂਡੂ ਪੱਧਰ ਤੇ ਹੁੰਦੀ ਆ, ਜਿਸ ਇਲਾਕੇ ਦੇ ਉਹ ਲੋਕ ਰਹਿਣ ਵਾਲੇ ਹੋਣ। ਸਪਸ਼ਟ ਹੁੰਦੀ ਆ, ਕੋਈ ਇਹਦੇ ਵਿੱਚ ਕਿਸੇ ਕਿਸਮ ਦੀ ਕੰਪਲੀਕੇਟਡ ਭਾਸ਼ਾ ਨਹੀਂ ਵਰਤੀ ਗਈ ਹੁੰਦੀ, ਤੇ ਛੋਟੀ ਤੋਂ ਛੋਟੀ ਸ਼ਬਦਾਵਲੀ ਜਾਂ ਸੰਖੇਪ ਭਾਸ਼ਾ ਦੀ ਵਰਤੋਂ ਜਿਹੜੀ ਉਹ ਕੀਤੀ ਗਈ ਹੁੰਦੀ ਹੈ। ਹਾਂਜੀ ਬੇਟਾ, ਅੱਗੇ ਹੈਗੀਆਂ ਕਿ ਲੋਕ ਸਾਹਿਤ ਦੀਆਂ ਕਿਸਮਾਂ ਕਿੰਨੀਆਂ ਹੈ। ਸਾਹਿਤ ਜਿਹੜਾ ਉਹ ਦੋ ਤਰ੍ਹਾਂ ਦਾ ਮੰਨਿਆ ਜਾਂਦਾ ਆ। ਇੱਕ ਹੁੰਦਾ ਲੋਕ ਸਾਹਿਤ, ਦੂਸਰਾ ਹੁੰਦਾ ਵਿਸ਼ਿਸ਼ਟ ਸਾਹਿਤ। ਆਹ ਚੀਜ਼ ਬੇਟਾ ਚੰਗੇ ਤਰੀਕੇ ਨਾਲ ਸਮਝਣੀ ਕਿ ਸਾਹਿਤ ਜਿਹੜਾ ਵਾ ਉਹਦੀਆਂ ਅੱਗੋਂ ਦੋ ਕਿਸਮਾਂ ਹੈ। ਇੱਕ ਹੈਗਾ ਲੋਕ ਸਾਹਿਤ, ਦੂਸਰਾ ਹੈਗਾ ਵਿਸ਼ਿਸ਼ਟ ਸਾਹਿਤ। ਲੋਕ ਸਾਹਿਤ ਉਹ ਹੁੰਦਾ ਜਿਹਦਾ ਕੋਈ ਲੇਖਕ ਨਹੀਂ ਹੁੰਦਾ, ਮਤਲਬ ਲੇਖਕ ਬਾਰੇ ਸਾਨੂੰ ਜਿਹੜੀ ਉਹ ਪ੍ਰਮਾਣਿਤ ਜਾਣਕਾਰੀ ਨਹੀਂ ਹੁੰਦੀ ਕਿ ਕਿਸੇ ਪਰਟੀਕੂਲਰ ਪਰਸਨ ਨੇ, ਲੇਖਕ ਨੇ ਆਹ ਵਾਲੀ ਚੀਜ਼ ਜਿਹੜੀ ਉਹ ਲਿਖੀ ਹੈ। ਦੂਸਰਾ ਇਹਦੇ ਵਿੱਚ ਕੀ ਗੁਣ ਹੁੰਦਾ ਕਿ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ, ਮਤਲਬ ਕਿਸੇ ਨੇ ਜਿਹੜਾ ਵਾ ਪਿਛਲੀ ਪੀੜ੍ਹੀ ਤੋਂ ਸੁਣਿਆ ਹੁੰਦਾ ਆ, ਫਿਰ ਉਹ ਜਿਹੜਾ ਵਾ ਅਗਲੀ ਪੀੜ੍ਹੀ ਨੂੰ ਸੁਣਾਉਂਦਾ ਆ, ਤੇ ਮੌਖਿਕ ਰੂਪ ਵਿੱਚ ਅੱਗੇ ਤੋਂ ਅੱਗੇ ਟਰਾਂਸਫਰ ਹੁੰਦਾ ਰਹਿੰਦਾ ਆ। ਮੌਖਿਕ ਦਾ ਮਤਲਬ ਕਿ ਮੂੰਹ ਰੂਪ ਦੇ ਵਿੱਚ। ਸੋ ਲੋਕ ਸਾਹਿਤ ਉਹ ਜਿਹਦਾ ਕੋਈ ਲੇਖਕ ਨਹੀਂ, ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦਾ ਆ, ਪਰੰਪਰਿਕ ਜਾਂ ਮੌਖਿਕ ਰੂਪ ਵਿੱਚ ਇਹ ਅੱਗੇ ਤੁਰਦਾ ਹੈ। ਸੈਕਿੰਡ ਹੈਗਾ ਵਿਸ਼ਿਸ਼ਟ ਸਾਹਿਤ। ਵਿਸ਼ਿਸ਼ਟ ਸਾਹਿਤ ਉਹ ਹੁੰਦਾ ਆ ਜਿਹਦੇ ਨਾਲ ਕਿਸੇ ਲੇਖਕ ਦਾ ਸੰਬੰਧ ਹੋਵੇ, ਮਤਲਬ ਜਿਸ ਦਾ ਕੋਈ ਖਾਸ ਲੇਖਕ ਹੋਵੇ, ਲਿਖਤ ਰਚਨਾ ਹੋਵੇ। ਕਿਸੇ ਲੇਖਕ ਨੇ ਕਿਸੇ ਵੀ ਰਚਨਾ ਨੂੰ ਜਦੋਂ ਲਿਖਿਆ ਹੁੰਦਾ ਤੇ ਉਹ ਸਾਹਿਤ ਵਿਸ਼ਿਸ਼ਟ ਸਾਹਿਤ ਬਣ ਜਾਂਦਾ। ਹੁਣ ਅੱਗੇ ਆਪਾਂ ਪੜ੍ਹਦੇ ਹਾਂ ਕਿ ਲੋਕ ਸਾਹਿਤ ਦੇ ਕਿਹੜੇ ਰੂਪ ਆ। ਲੋਕ ਸਾਹਿਤ ਦੇ ਅੰਡਰ ਬਹੁਤ ਸਾਰੇ ਜਿਹੜੇ ਉਹ ਮਤਲਬ ਸਾਹਿਤ ਆਉਂਦਾ ਆ, ਜਿਵੇਂ ਸੁਹਾਗ ਆ, ਘੋੜੀਆਂ, ਸਿੱਠਣੀਆਂ, ਟੱਪੇ, ਮਾਈਏ, ਬੁਝਾਰਤਾਂ, ਢੋਲਾ ਅਤੇ ਬੋਲੀਆਂ। ਵਨ ਬਾਏ ਵਨ ਆਪਾਂ ਇਹਨਾਂ ਨੂੰ ਜਿਹੜਾ ਉਹ ਪੜ੍ਹਾਂਗੇ ਕਿ ਕੀ ਹੁੰਦੀਆਂ ਇਹ ਸਾਰੀਆਂ ਚੀਜ਼ਾਂ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਸੁਹਾਗ।
ਹਾਂਜੀ ਬੇਟਾ, ਜਿਹੜਾ ਪਹਿਲਾ ਰੂਪ ਹੈ ਨਾ ਸੁਹਾਗ, ਉਹਦੇ ਵਿੱਚ ਕੀ ਦੱਸਿਆ ਗਿਆ ਆ ਕਿ ਸੁਹਾਗ ਲੋਕ ਗੀਤਾਂ ਦਾ ਉਹ ਰੂਪ ਆ ਜੋ ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਗਾਇਆ ਜਾਂਦਾ ਹੈ। ਇਸ ਵਿੱਚ ਵਿਆਹੀ ਜਾਣ ਵਾਲੀ ਕੁੜੀ ਦੇ ਹਾਵ ਭਾਵ, ਵਿਆਹ ਦੀ ਇੱਛਾ, ਸੋਹਣੇ ਵਰ ਅਤੇ ਚੰਗੇ ਘਰ ਦੀ ਇੱਛਾ, ਪੇਕੇ ਤੇ ਸਹੁਰੇ ਘਰ ਨਾਲ ਇੱਕ ਰਸ ਵਿਆਹੁਤਾ ਜ਼ਿੰਦਗੀ ਦੀ ਕਲਪਨਾ, ਮਾਪਿਆਂ ਦਾ ਘਰ ਛੱਡੇ ਜਾਣ ਦਾ ਜਿਹੜਾ ਉਦਰੇਵਾਂ ਤੇ ਸੱਭਿਆਚਾਰਕ ਪ੍ਰਭਾਵਾਂ ਦਾ ਵਰਣਨ ਹੁੰਦਾ ਹੈ। ਇਹੀ ਸੁਹਾਗ ਦੀ ਡੈਫੀਨੇਸ਼ਨ ਪਰਿਭਾਸ਼ਾ ਕਿ ਸੁਹਾਗ ਇਹੋ ਜਿਹੇ ਲੋਕ ਗੀਤ ਆ ਜਿਹੜੇ ਕੁੜੀ ਦੇ ਵਿਆਹ ਦੇ ਨਾਲ ਸੰਬੰਧਿਤ ਆ। ਤੇ ਇਹਨਾਂ ਸੁਹਾਗਾਂ ਦੇ ਵਿੱਚ ਜਾਂ ਇਹਨਾਂ ਸੁਹਾਗ ਲੋਕ ਗੀਤਾਂ ਦੇ ਵਿੱਚ ਵਿਆਹੀ ਜਾਣ ਵਾਲੀ ਜਿਹੜੀ ਕੁੜੀ ਹੁੰਦੀ ਹੈ ਉਹਦੇ ਮਨ ਦੇ ਹਾਵ ਭਾਵ, ਉਹਦੇ ਆਪਣੇ ਪੇਕੇ ਜਾਂ ਸਹੁਰੇ ਘਰ ਦੀ ਜਿਹੜੀ ਆਉਣ ਵਾਲੀ ਜ਼ਿੰਦਗੀ ਉਹਦੇ ਪ੍ਰਤੀ ਉਹਦੇ ਮਨ 'ਚ ਕੀ ਸਵਾਲ ਉੱਠਦੇ ਆ, ਕੀ ਉਹਦੀ ਕਲਪਨਾ ਹੈ। ਮਾਪਿਆਂ ਦਾ ਘਰ ਛੱਡ ਕੇ ਉਹਨੇ ਸਹੁਰੇ ਘਰ ਜਾਣਾ, ਇਸ ਕਰਕੇ ਉਹਦੇ ਮਨ ਦੇ ਵਿੱਚ ਕਈ ਕਿਸਮ ਦੇ ਉਦਰੇਵੇਂ ਜਾਂ ਦੁੱਖ ਜਿਹੜਾ ਜਾਂ ਕਰੁਣਾ ਰਾਸ ਜਿਹੜਾ ਉਹ ਪੈਂਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਸੁਹਾਗ ਦੇ ਵਿੱਚ ਪ੍ਰਗਟਾਈਆਂ ਹੁੰਦੀਆਂ ਨੇ। ਹਾਂਜੀ ਬੇਟਾ, ਜਿਹੜੇ ਸੁਹਾਗ ਆ ਉਹਨਾਂ ਵਿੱਚੋਂ ਬਹੁਤੇ ਸੁਹਾਗ ਇਹੋ ਜਿਹੇ ਹੁੰਦੇ ਆ ਜਿਹਦੇ ਵਿੱਚ ਇੱਕ ਧੀ ਵੱਲੋਂ, ਮਤਲਬ ਜਿਹਦਾ ਵਿਆਹ ਹੋਣ ਵਾਲਾ ਹੁੰਦਾ, ਉਸ ਲੜਕੀ ਵੱਲੋਂ ਆਪਣੇ ਬਾਬਲ, ਆਪਣੇ ਪਿਤਾ ਨੂੰ ਸੰਬੋਧਿਤ ਕੀਤਾ ਗਿਆ ਹੁੰਦਾ ਹੈ। ਬਾਬਲ ਲਈ ਧੀ ਦਾ ਵਿਆਹ ਜਿਹੜਾ ਇੱਕ ਇਹੋ ਜਿਹਾ ਕੰਮ ਮੰਨਿਆ ਜਾਂਦਾ ਜੋ ਧਰਮ ਅਖਵਾਉਂਦਾ ਹੈ, ਭਾਵ ਕਿ ਇੱਕ ਪਿਤਾ ਵਾਸਤੇ ਆਪਣੀ ਧੀ ਦਾ ਜਿਹੜਾ ਉਹ ਵਿਆਹ ਕਰਨਾ ਇੱਕ ਧਰਮ ਦਾ ਕੰਮ ਜਾਂ ਪੁੰਨ ਦਾ ਕੰਮ ਅਖਵਾਉਂਦਾ ਹੈ। ਸੋ ਇਹੋ ਜਿਹਾ ਕੰਮ ਕਰਨ 'ਤੇ, ਭਾਵ ਕਿ ਧੀ ਦਾ ਵਿਆਹ ਕਰਨ ਦੇ ਉੱਤੇ ਉਹਨੂੰ ਸਮਾਜ ਦੇ ਵਿੱਚ ਜਸ ਮਿਲਦਾ ਆ ਤੇ ਪੁੰਨ, ਦੋਵੇਂ ਚੀਜ਼ਾਂ ਜਿਹੜੀਆਂ ਉਹ ਪ੍ਰਾਪਤ ਹੁੰਦੀਆਂ। ਦੂਸਰੀ ਸੁਹਾਗਾਂ ਦੀ ਖਾਸੀਅਤ ਜਾਂ ਖਾਸ ਗੱਲ ਇਹ ਆ ਕਿ ਇਸ ਕਾਰਜ ਲਈ ਸਾਂਝੇ ਪਰਿਵਾਰ ਦੇ ਸਾਰੇ ਮਰਦ, ਜਿਵੇਂ ਕੁੜੀ ਦੇ ਚਾਚਾ ਆ, ਤਾਇਆ ਜਾਂ ਨੇੜੇ ਦੇ ਰਿਸ਼ਤੇਦਾਰ, ਮਾਮੇ, ਨਾਨੇ, ਭਰਾ, ਇਹ ਸਾਰੇ ਜਣੇ ਜਿਹੜੇ ਉਹ ਇੱਕ ਥਾਂ ਦੇ ਉੱਤੇ ਆ ਜੁੜਦੇ ਆ ਤੇ ਆਪਣੀ ਸਾਂਝੀ ਜ਼ਿੰਮੇਵਾਰੀ ਜਿਹੜੀ ਉਹ ਸਮਝਦੇ ਹੋਏ ਧੀ ਦਾ ਜਿਹੜਾ ਵਿਆਹ ਦਾ ਕੰਮ ਹੈ ਉਹਨੂੰ ਨੇਪਰੇ ਚਾੜ੍ਹਦੇ। ਸੁਹਾਗ ਦੇ ਗੀਤਾਂ ਵਿੱਚ ਧੀ ਲਈ ਬਾਬਲ ਰਾਜਾ ਆ। ਬਹੁਤੇ ਸੁਹਾਗ ਜਿਹੜੇ ਇਹੋ ਜਿਹੇ ਆ ਜਿਹਦੇ ਵਿੱਚ ਇੱਕ ਧੀ ਨੇ ਆਪਣੇ ਪਿਤਾ ਨੂੰ ਜਿਹੜਾ ਵਾ ਰਾਜਾ ਕਹਿ ਕੇ ਸੰਬੋਧਨ ਕੀਤਾ ਹੈ ਤੇ ਉਸ ਦਾ ਜਿਹੜਾ ਘਰ ਆ ਉਹ ਮਹਿਲਾਂ ਦੇ ਬਰਾਬਰ ਆ। ਬਾਹਰ ਜਿਹੜੇ ਉਹ ਚੰਨਣ ਦੇ ਰੁੱਖਾਂ ਵਾਲੇ ਬਾਗ ਲੱਗੇ ਆ, ਤਲਾਅ ਆ ਜਿਹਦੇ ਵਿੱਚ ਚੰਬਾ ਖਿੜਦਾ ਆ। ਸੋ ਬਾਬਲ ਜਿਹੜਾ ਉਹ ਰਾਜੇ ਵਾਂਗ ਹੁੰਦਾ ਹੋਇਆ ਵੀ, ਮਤਲਬ ਜਿਹੜਾ ਪਿਤਾ ਆ ਬੇਸ਼ੱਕ ਉਹ ਰਾਜੇ ਦੇ ਸਮਾਨ ਆ, ਪਰ ਜਦੋਂ ਆਪਣੀ ਧੀ ਦਾ ਵਿਆਹ ਕਰਦਾ ਆ ਤਾਂ ਉਹ ਨਿਮ ਜਾਂਦਾ ਆ, ਭਾਵ ਕਿ ਝੁਕ ਜਾਂਦਾ ਆ ਕਿ ਇਹੋ ਜਿਹਾ ਪਿਤਾ ਜਿਹੜਾ ਕਿ ਸਮਾਜ ਦੇ ਵਿੱਚ ਬੜੀ ਸ਼ਾਨੋ ਸ਼ੌਕਤ ਦੇ ਨਾਲ ਜੀਵਨ ਬਸਰ ਕਰਦਾ ਆ, ਪਰ ਜਦੋਂ ਉਹਨੂੰ ਆਪਣੀ ਧੀ ਨੂੰ ਤੋਰਨਾ ਪੈਂਦਾ, ਵਿਆਹੁਣਾ ਪੈਂਦਾ, ਤੇ ਉਹ ਵੀ ਦੱਸਿਆ ਗਿਆ ਕਿ ਝੁਕ ਜਾਂਦਾ ਆ ਜਾਂ ਨਿਉ ਜਾਂਦਾ ਆ। ਧੀ ਦੇ ਵਿਛੜਨ ਸਮੇਂ ਬਾਬਲ ਹੀ ਨਹੀਂ ਸਗੋਂ ਸਾਰਾ ਪਰਿਵਾਰ ਤੇ ਕਬੀਲਾ, ਮਤਲਬ ਆਲੇ ਦੁਆਲੇ ਦੇ ਲੋਕ ਵੀ ਸ਼ਮ ਰੋਂਦੇ ਆ। ਸੁਹਾਗ ਦੇ ਗੀਤਾਂ ਵਿੱਚ ਇਹ ਸਾਰੇ ਸੱਭਿਆਚਾਰਕ ਚਿੱਤਰ ਜਿਹੜੇ ਉਹ ਬੜੀ ਬਖੂਬੀ ਉਘੜਦੇ। ਮਤਲਬ ਦੱਸਿਆ ਗਿਆ ਆ ਕਿ ਸੁਹਾਗ ਜਿਹੜਾ ਉਹਦੇ ਵਿਸ਼ੇ ਵਸਤੂ ਕਿਵੇਂ ਦੇ ਹੋ ਸਕਦੇ ਆ ਤੇ ਨਾਲ ਦੀ ਨਾਲ ਸੁਹਾਗਾਂ ਦੇ ਵਿੱਚੋਂ ਉਸ ਸਮੇਂ ਦੇ ਸਮਾਜ ਦਾ ਜਿਹੜਾ ਸੱਭਿਆਚਾਰਕ ਪੱਖ ਆ ਉਹ ਵੀ ਸਾਨੂੰ ਦਿਖਾਈ ਦਿੰਦਾ ਹੈ। ਸੋ ਅੱਜ ਬੇਟਾ ਤੁਸੀਂ ਇੰਨਾ ਹੀ ਪੜ੍ਹਨਾ ਆ, ਲਰਨ ਵੀ ਕਰ ਲੈਣਾ ਆ ਤੇ ਇਹ ਸਾਰੇ ਕੁਐਸਚਨ ਆਨਸਰ ਜਿਹੜੇ ਉਹ ਕਾਪੀ ਦੇ ਉੱਪਰ ਹੋਏ ਹੋਣ ਕਿ ਲੋਕ ਸਾਹਿਤ ਕੀ ਆ, ਲੋਕ ਸਾਹਿਤ ਜਿਹੜਾ ਉਹਦੀਆਂ ਕਿਸਮਾਂ ਕਿੰਨੀਆਂ ਆ, ਲੋਕ ਸਾਹਿਤ ਦੇ ਪ੍ਰਮੁੱਖ ਗੁਣ ਜਿਹੜੇ ਉਹ ਕਿਹੜੇ ਆ ਤੇ ਸੁਹਾਗ ਜਿਹੜੇ ਉਹਨਾਂ ਦੀ ਡੈਫੀਨੇਸ਼ਨ ਕੀ ਆ। ਇਹ 5-6 ਕੁਐਸਚਨ ਜਿਹੜੇ ਉਹ ਪਾਰਟ 1 ਬਣਾ ਕੇ ਉਹਦੇ ਵਿੱਚ ਜਿਹੜੇ ਉਹ ਤੁਸੀਂ ਲਿਖੇ ਹੋਣ। ਨੈਕਸਟ ਆਪਾਂ ਅੱਗੋਂ ਪੜਾਂਗੇ ਕਿ ਸੁਹਾਗ ਕਿਹੜੇ ਆ ਤੇ ਫਿਰ ਉਹਨਾਂ ਬਾਰੇ ਜਾਣਕਾਰੀ ਜਿਹੜੀ ਉਹ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।